ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚੌਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਸੱਜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਅਤੇ ਲਾਈਵ ਦੇ ਮਾਧਿਅਮ ਰਾਹੀਂ ਜੁੜ ਰਹੀਆਂ ਸਮੂਹ ਸੰਗਤਾਂ, ਵੱਡੇ ਭਾਗਾਂ ਵਾਲੇ ਹੋ ਜੋ ਇਸ ਸਮੇਂ ਸਤਿਗੁਰੂ ਜੀ ਦੀ ਪਾਵਨ ਬਾਣੀ ਨਾਲ ਸਾਂਝ ਪਾ ਕਰਕੇ ਆਪਣੇ ਜੀਵਨ ਦੇ ਅਮੋਲਕ ਸਵਾਸਾਂ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਆਓ ਲੜੀਵਾਰ ਸਹਿਜ ਪਾਠ ਸੰਥਿਆ ਵਿਚਾਰ ਦੇ ਨਾਲ ਜੁੜਨਾ ਕਰੀਏ। ਫਤਿਹ ਪ੍ਰਵਾਨ ਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹਿਲਾ ਤੀਜਾ। ਅੰਮ੍ਰਿਤ ਛੋੜ ਬਿਖਿਆ ਲੋਭਾਣੀ, ਸੇਵਾ ਕਰਹਿ ਵਿਡਾਣੀ। ਅੰਮ੍ਰਿਤ ਛੋੜ ਬਿਖਿਆ ਲੋਭਾਣੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ ਹੈ। ਅੰਮ੍ਰਿਤ ਛੋੜ ਕੇ ਭਾਵ ਸਤਿਗੁਰੂ ਪਾਤਸ਼ਾਹ ਜੀ ਆਖ ਰਹੇ ਹਨ ਕਿ ਜਿਹੜਾ ਨਾਮ ਅੰਮ੍ਰਿਤ ਆਤਮਿਕ ਜੀਵਨ ਦੇਣ ਵਾਲਾ ਹੈ ਉਹਨੂੰ ਛੱਡ ਕੇ ਵਿਖਿਆ ਤੋਂ ਭਾਵ ਮਾਇਆ, ਕਿ ਮਾਇਆ ਵਿੱਚ ਮਸਤ ਹੁੰਦੇ ਨੇ ਜਿਹੜੇ ਮਨੁੱਖ, ਲੋਭਾਣੇ ਸੇਵਾ ਕਰੇ ਵਿਡਾਣੀ, ਤੇ ਮਾਇਆ ਦੀ ਖਾਤਰ ਹੋਰ ਦੀ ਸੇਵਾ ਤੇ ਖੁਸ਼ਾਮਦੀ ਕਰਦੇ ਨੇ। ਕਾਦੇ ਵਾਸਤੇ? ਸਿਰਫ ਮਾਇਆ ਦੇ ਅਧੀਨ ਹੋ ਕਰਕੇ, ਵਿਕਾਰਾਂ ਦੇ ਅਧੀਨ ਹੋ ਕਰਕੇ। ਕਈ ਵਾਰ ਐਸਾ ਹੁੰਦਾ ਹੈ ਨਾ ਕਿ ਜਿਹੜੇ ਮਨੁੱਖ ਨੂੰ ਉਸ ਮਾਲਕ ਦਾ ਓਟ ਆਸਰਾ ਨਾ ਹੋਵੇ, ਗੁਰੂ ਤੇ ਜਿਸ ਨੂੰ ਭਰੋਸਾ ਨਾ ਹੋਏ, ਉਹ ਫਿਰ ਕਈ ਵਾਰ ਦੁਨੀਆ ਦੀ ਚਾਕਰੀ ਕਰਦਾ ਹੈ ਕਿ ਮੇਰਾ ਆਹ ਕੰਮ ਹੈ, ਇਧਰੋਂ ਪੂਰਾ ਆ ਜਾਊਗਾ, ਆਹ ਕੰਮ ਹੈ, ਜੇ ਇਹਨੂੰ ਜੀ ਕੀਤਾ ਜਾਂ ਇਹਨੂੰ ਮੈਂ ਮਾੜਾ ਵੀ ਜਾ ਕੇ ਇਹਦੀ ਸੇਵਾ ਕੀਤੀ, ਕਿਸੇ ਮਨੁੱਖ ਦੀ ਇਹਦੇ ਲੱਤਾਂ 'ਚ ਬਹਿ ਗਿਆ ਜਾਂ ਉਹਦੇ ਕੋਲ ਮੈਂ ਜਾ ਕੇ ਬੈਠਾ ਤੇ ਇਹਦੇ ਨਾਲ ਕੀ ਹੋ ਜਾਏਗਾ ਕਿ ਮੇਰਾ ਕੋਈ ਵੀ ਕਾਰਜ ਠੀਕ ਹੋ ਜਾਏਗਾ। ਸੇਵਾ ਕਰੇ ਵਿਡਾਣੀ ਭਾਵ ਕਿ ਹੋਰ ਦੀ ਸੇਵਾ ਕਰਨੀ, ਉਸ ਮਾਲਕ ਦੇ ਨਾਮ ਰੂਪ ਅੰਮ੍ਰਿਤ ਨੂੰ ਛੱਡ ਕੇ, ਭਾਵ ਉਸ ਮਾਲਕ ਨੂੰ ਛੱਡ ਕੇ ਹੋਰ ਪਾਸੇ ਜੁੜਨਾ। ਭਾਵ ਜਿਹੜੇ ਮਨੁੱਖ ਮਾਇਆ ਦੇ ਵਿੱਚ ਮਸਤ ਨੇ, ਮਾਇਆ ਵਿੱਚ ਲੱਗੇ ਹੋਏ ਨੇ, ਉਹ ਇਸੇ ਤਰ੍ਹਾਂ ਕਰਦੇ ਨੇ। ਉਹਨਾਂ ਨੂੰ ਫਿਰ ਗੁਰੂ ਅਤੇ ਉਹ ਮਾਲਕ ਜਿਹੜਾ ਹੈ ਉਹਦੀ ਸੋਝੀ ਤੇ ਉਹਦੀ ਸਮਝ ਨਹੀਂ ਪੈਂਦੀ। ਉਹ ਫਿਰ ਮਾਇਆ ਦੇ ਵਿੱਚ ਲੱਗ ਕਰਕੇ ਹੋਰ ਦੀ ਸੇਵਾ ਅਤੇ ਖੁਸ਼ਾਮਦੀ ਕਰਦੇ ਹਨ। ਆਪਣਾ ਧਰਮ ਗਵਾਵਹਿ ਬੂਝੈ ਨਾਹੀ, ਅਨ ਦਿਨ ਦੁਖ ਵਿਹਾਣੀ। ਪਾਤਸ਼ਾਹ ਜੀ ਆਖਦੇ ਹਨ ਇਸ ਤਰ੍ਹਾਂ ਫਿਰ ਉਹ ਆਪਣਾ ਧਰਮ ਗਵਾ ਦਿੰਦੇ ਨੇ। ਧਰਮ ਤੋਂ ਭਾਵ ਆਪਣਾ ਫਰਜ਼, ਜਿਹੜਾ ਮਨੁੱਖਾ ਜਨਮ ਦਾ ਫਰਜ਼ ਹੈ, ਜਿਹੜਾ ਮੁੱਖ ਕਰਤੱਵ ਹੈ, ਉਹਨੂੰ ਜਿਹੜਾ ਹੈ ਗਵਾ ਲੈਂਦੇ ਨੇ, ਭੁਲਾ ਦਿੰਦੇ ਨੇ, ਦੂਰ ਕਰ ਲੈਂਦੇ ਨੇ ਉਹਨੂੰ। ਭਈ ਪ੍ਰਾਪਤ ਗੋਬਿੰਦ ਮਿਲਨ ਕੀ, ਇਹ ਜਿਹੜਾ ਧਰਮ ਹੁੰਦਾ ਹੈ ਨਾ, ਭਾਵ ਕਿ ਇਹ ਧਰਮ ਹੈ ਮਿਲਣਾ, ਇਹ ਫਰਜ਼ ਹੈ ਸਾਡਾ। ਧਰਮ ਤੋਂ ਭਾਵ ਫਰਜ਼, ਸਾਡਾ ਕਰਤੱਵ ਹੈ, ਜਿਹੜਾ ਸਾਡਾ ਮੂਲ ਹੈ, ਜਿਹੜਾ ਇਸ ਨੂੰ ਫਿਰ ਭੁਲਾ ਕੇ ਆਪਣਾ ਧਰਮ ਗਵਾ ਲੈਂਦੇ ਹਨ। ਬੂਝੈ ਨਾਹੀ, ਅਤੇ ਸਮਝਦੇ ਨਹੀਂ। ਫਿਰ ਉਹ ਬੂਝੈ ਤੋਂ ਭਾਵ ਸਮਝਦੇ ਨਹੀਂ, ਤੇ ਉਹਨਾਂ ਦੀ ਉਮਰ ਭਾਵ ਕਿ ਹਰ ਵੇਲੇ ਦੁੱਖ ਦੇ ਵਿੱਚ ਬੀਤਦੀ। ਉਹਨਾਂ ਦਾ ਹਰ ਸਵਾਸ ਹੈ ਜਿਹੜਾ ਅਨ ਦਿਨ ਦੁੱਖ ਵਿਹਾਣੀ, ਕਿ ਜਦੋਂ ਉਹ
ਗੁਰੂ ਦੇ ਸ਼ਬਦ ਨੂੰ ਨਹੀਂ ਸਮਝਦੇ, ਉਸ ਮਾਲਕ ਨੂੰ ਨਹੀਂ ਸਮਝਦੇ, ਤੇ ਫਿਰ ਉਹ ਦੁੱਖ ਦੇ ਵਿੱਚ ਰਹਿੰਦੇ ਆ। ਉਹਨਾਂ ਨੂੰ ਜਿਹੜਾ ਦੁੱਖ ਹੈ ਉਹ ਹਮੇਸ਼ਾ ਹੀ ਤੰਗ ਕਰਦਾ ਰਹਿੰਦਾ। ਭਾਵ ਵਿਕਾਰ ਤੇ ਮਾਇਆ ਹੈ, ਹੋਰ ਵਿਚਾਰ ਨੇ ਜਿਹੜੇ ਉਹ ਤੰਗ ਕਰਦੇ ਹਨ, ਦੁੱਖ ਦਿੰਦੇ ਹਨ। ਮਨ ਮੁਖ ਅੰਧ ਨ ਚਿਤ ਹੀ, ਡੂਬ ਮੁਏ ਬਿਨ ਪਾਣੀ। ਮੋਏ ਸ਼ਬਦ ਹੈ, ਉਚਾਰਨ ਜਿਹੜਾ ਮੋਏ ਹੋਇਆ, ਮੋਏ ਇੱਕ ਔਂਕੜ ਨਾਲ ਹੈ, ਮੋਏ ਬਿਨ ਪਾਣੀ। ਪਾਤਸ਼ਾਹ ਜੀ ਆਖਦੇ ਹਨ ਕਿ ਜਿਹੜੇ ਮਨਮੁਖ ਨੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੇ, ਆਪਣੇ ਮਨ ਦੇ ਪਿੱਛੇ ਜਿਹੜੇ ਲੱਗਦੇ ਹਨ, ਫਿਰ ਉਹ ਅੰਨੇ ਨੇ। ਭਾਵ ਉਹ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨਮੁਖ ਨੇ ਜਿਹੜੇ, ਉਹ ਮਾਲਕ ਪਰਮੇਸ਼ਰ ਰੱਬ ਨੂੰ ਯਾਦ ਨਹੀਂ ਕਰਦੇ, ਤੇ ਜਿਵੇਂ ਪਾਣੀ ਤੋਂ ਬਿਨਾਂ ਹੀ ਡੁੱਬ ਮਰਦੇ ਨੇ। ਭਾਵ ਜਿਵੇਂ ਕੋਈ ਪਾਣੀ ਤੋਂ ਬਿਨਾਂ ਹੋਵੇ ਪਰ ਡੁੱਬ ਪਾਣੀ ਵਿੱਚ ਹੀ ਮਰ ਜਾਏ, ਕਿ ਪਾਣੀ ਤੋਂ ਬਿਨਾਂ ਹੀ ਡੁੱਬ ਮਰਦੇ ਨੇ। ਭਾਵ ਕਿ ਵਿਕਾਰਾਂ ਵਿੱਚ ਗਲਤਾਨ ਹੋ ਕੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾਇਆ ਦੇ ਵਿੱਚ ਰਹਿ ਕਰਕੇ ਉਹ ਫਿਰ ਵਿਕਾਰਾਂ ਦੇ ਵਿੱਚ ਜਿਹੜੇ ਵਿਚਾਰ, ਵਿਕਾਰਾਂ ਦਾ ਚਿੱਕੜ ਹੈ ਉਹਦੇ ਵਿੱਚ ਖੁੱਭ ਕੇ ਹੀ ਆਤਮਿਕ ਮੌਤ ਉਹ ਸਹੇੜ ਲੈਂਦੇ ਹਨ, ਤੇ ਉਹਨਾਂ ਨੂੰ ਪ੍ਰਾਪਤੀ ਕੁਛ ਵੀ ਨਹੀਂ ਹੁੰਦੀ। ਕਿ ਹੁਣ ਇੰਜ ਤਾਂ ਨਹੀਂ ਹੈ ਕਿ ਜਿਹੜੇ ਮਾਲਕ ਰੱਬ ਨੂੰ ਯਾਦ ਨਹੀਂ ਕਰਦੇ ਉਹ ਜਿਉਂਦੇ ਨਹੀਂ, ਜਿਹੜੇ ਨਾਸਤਿਕ ਨੇ ਜਿਉਂਦੇ ਤਾਂ ਉਹ ਵੀ ਨੇ, ਜਿਹੜੇ ਰੱਬ ਨੂੰ ਨਹੀਂ ਮੰਨਦੇ ਜਾਂ ਗੁਰੂ ਘਰ ਨਹੀਂ ਆਉਂਦੇ ਜਾਂ ਕਿਤੇ ਮੰਦਰ ਮਸਜਿਦ ਆਦਿ ਨਹੀਂ ਜਾਂਦੇ, ਜਿਉਂਦੇ ਤਾਂ ਉਹ ਵੀ ਨੇ। ਪਰ ਸਤਿਗੁਰੂ ਜੀ ਆਖਣ ਲੱਗੇ ਜੇ ਉਹ ਮਾੜਾ ਜੀਵਨ ਜਿਉਂਦੇ ਆ ਤੇ ਫਿਰ ਉਹ ਹਮੇਸ਼ਾ ਹੀ ਆਪਣੇ ਅੰਦਰ ਨਾਲ ਹੀ ਭਿੜਦੇ ਰਹਿੰਦੇ ਆ, ਅੰਦਰੇ ਲੜਦੇ ਰਹਿੰਦੇ ਆ, ਆਪਣੇ ਅੰਦਰ ਹੀ ਜਿਹੜਾ ਉਹਨਾਂ ਦੀ ਅਸ਼ਾਂਤੀ ਇੱਕ ਬਣੀ ਰਹਿੰਦੀ। ਪਰ ਜਿਹੜਾ ਮਨੁੱਖ ਉਹ ਮਾਲਕ ਦੀ ਰਜ਼ਾ ਦੇ ਵਿੱਚ ਹੋ ਜਾਂਦਾ ਹੈ, ਗੁਰੂ ਦੇ ਨਾਲ ਜੁੜ ਜਾਂਦਾ ਹੈ, ਉਹ ਸਹਿਜੇ ਹੀ ਆਤਮਿਕ ਆਨੰਦ ਲੈਂਦਾ ਹੈ। ਮਨ ਰੇ ਸਦਾ ਭਜਹੁ ਹਰਿ ਸ਼ਰਨਾਈ। हे मेरे मन, मन रे हे मन सदा भजो हर शरनाई। कि उस मालक नूं हमेशा ही जिहड़ा है याद करना करो, हमेशा ही भजना करो, हमेशा ही जिहड़ा है सिमरना करो। गुर का शब्द अंतर वसै, तां हर विसर न जाई रहाऊ। पर सतगुरु पातशाह जी आखते हैं कि जदों गुरु का शब्द फिर हिरदे दे विच आ वसे, जदों गुरु के शब्द की सोझी हो जाए, फिर उदों परमात्मा हिरदे दे विचों विसरदा नहीं है, भुलदा नहीं है। वार वार सतगुरु जी गल गुरु की करते नहीं कि जदों गुरु का शब्द जां गुरु है वो रहमत करता है, बख्शिश करता है, फिर वो मालक भुलदा नहीं है, मालक हमेशा ही अंग संग रहिंदा है। ए शरीर माया का पुतला, विच हौमै दुष्टि पाई। ਹੁਣ ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਕਿ ਇਹ ਸਰੀਰ ਹੈ, ਇਹ ਮਾਇਆ ਦਾ ਪੁਤਲਾ ਹੈ। ਭਾਵ ਇਹ ਉਹਦਾ ਪੁਤਲਾ ਹੀ ਬਣਿਆ ਰਹਿੰਦਾ ਹੈ, ਜਿਵੇਂ ਉਹ ਮਾਇਆ ਕਹਿੰਦੀ ਹੈ ਉਵੇਂ ਹੀ ਇਹ ਨੱਚਦਾ ਹੈ। ਜਿਵੇਂ ਇਸ ਤਰ੍ਹਾਂ ਹੁੰਦਾ ਹੈ ਨਾ ਕਿ ਉਹ ਨਚਾਰ ਜਿਹੜੇ ਉਂਗਲਾਂ ਦੇ ਨਾਲ ਫੜ ਕੇ ਨਚਾਉਂਦੇ ਨੇ ਪੁਤਲਿਆਂ ਨੂੰ, ਛੋਟੇ ਛੋਟੇ ਪੁਤਲੇ ਹੁੰਦੇ ਨੇ, ਉਵੇਂ ਮਾਇਆ ਹੈ ਜਿਹੜੀ ਉਹ ਇਸ ਨੂੰ ਫਿਰ ਪੁਤਲੇ ਦੀ ਤਰ੍ਹਾਂ ਸਰੀਰ ਨੂੰ ਨਚਾਉਂਦੀ, ਜਿਵੇਂ ਉਹ ਚਾਹੁੰਦੀ ਉਵੇਂ ਹੀ ਨੱਚਦਾ ਹੈ। ਭਾਵ ਕਹਿਣ ਤੋਂ ਭਾਵ ਹੈ ਕਿ ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ, ਜਿਵੇਂ ਮਾਇਆ ਜਿੱਧਰਲੇ ਪਾਸੇ ਮਾਇਆ ਫਿਰ ਲੈ ਕੇ ਜਾਂਦੀ ਹੈ, ਫਿਰ ਮਨਮੁਖ ਹੈ ਜਿਹੜਾ ਉਧਰਲੇ ਪਾਸੇ ਨੂੰ ਤੁਰਿਆ ਰਹਿੰਦਾ ਹੈ। ਵਿੱਚ ਹਉਮੈ ਦੁਸ਼ਟੀ ਪਾਈ, ਮਨਮੁਖ ਦੇ ਹਿਰਦੇ ਵਿੱਚ ਹਉਮੈ ਜਿਹੜੀ ਹੈ ਉਹ ਹਮੇਸ਼ਾ ਹੀ ਟਿਕੀ ਰਹਿੰਦੀ ਹੈ, ਤੇ ਵਿਕਾਰਾਂ ਦਾ ਜਿਹੜਾ ਭੀੜ ਹੈ ਉਹ ਬਣਿਆ ਰਹਿੰਦਾ। ਭਾਵ ਵਿਕਾਰ ਨੇ ਉਹਦੇ ਹਿਰਦੇ ਦੇ ਵਿੱਚ ਜਿਹੜੇ ਉਹ ਬਣੇ ਰਹਿੰਦੇ ਨੇ, ਨਿਕਲਦੇ ਨਹੀਂ, ਟਿਕੇ ਰਹਿੰਦੇ ਹਨ। ਆਵਨ ਜਾਣਾ ਜੰਮਣ ਮਰਣਾ, ਮਨ ਮੁਖ ਪਤ ਗਵਾਈ।
ਇੱਥੇ ਆਵਣ ਜਾਣਾ ਦਾ ਅਰਥ ਕੀ ਹੈ ਜੀ? ਤੇ ਅੱਗੇ ਫਿਰ ਲਿਖਿਆ ਜੰਮਣ ਮਰਨਾ, ਭਾਵ ਦੋਵਾਂ ਦਾ ਅਰਥ ਇੱਕੋ ਹੀ ਹੈ। ਆਉਣਾ ਜਾਣਾ ਭਾਵ ਆਉਣ ਜਾਣ, ਜੰਮਦੇ ਮਰਦੇ ਰਹਿਣਾ, ਜੰਮਣ ਮਰਨਾ। ਮਨਮੁਖ ਪਤ ਗਵਾਈ, ਜਿਹੜਾ ਮਨਮੁਖ ਹੈ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਗੁਰੂ ਦੇ ਸ਼ਬਦ ਅਨੁਸਾਰ ਹੀ ਨਹੀਂ ਜੀਵਨ ਜਿਉਂਦਾ, ਉਹ ਫਿਰ ਜੰਮਦਾ ਮਰਦਾ ਰਹਿੰਦਾ ਹੈ। ਪਤ ਗਵਾਈ, ਉਹ ਫਿਰ ਆਪਣੀ ਇੱਜ਼ਤ ਹੈ ਉਸ ਮਾਲਕ ਦੀ ਹਜ਼ੂਰੀ ਵਿੱਚ ਗਵਾ ਲੈਂਦਾ ਹੈ, ਉਹਨੂੰ ਇੱਜ਼ਤ ਦੀ ਪ੍ਰਾਪਤੀ ਨਹੀਂ ਹੁੰਦੀ। ਸਤਿਗੁਰ ਸੇਵ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾਈ। ਪਾਤਸ਼ਾਹ ਜੀ ਆਖਦੇ, ਜਿਸ ਨੇ ਫਿਰ ਸਤਿਗੁਰੂ ਦੀ ਦੱਸੀ ਸੇਵਾ ਕੀਤੀ, ਜਿਸ ਨੇ ਸਤਿਗੁਰੂ ਦੇ ਅਨੁਸਾਰ ਸਤਿਗੁਰ ਸੇਵ ਸਦਾ ਸੁਖ ਪਾਇਆ, ਜਿਨੇ ਸਤਿਗੁਰੂ ਦੇ ਅਨੁਸਾਰ ਜਿਹੜੀ ਹੈ ਸੇਵਾ ਕੀਤੀ, ਆਪਣੇ ਕਰਮ ਕੀਤੇ, ਸਦਾ ਸੁਖ ਪਾਇਆ। ਉਹ ਫਿਰ ਸਦਾ ਹੀ ਸੁਖ ਪ੍ਰਾਪਤ ਕਰਦਾ ਹੈ, ਆਤਮਿਕ ਆਨੰਦ ਮੰਨਦਾ ਹੈ। ਜੋਤੀ ਜੋਤ ਮਿਲਾਈ, ਤੇ ਫਿਰ ਉਸ ਦੀ ਜੋਤ ਪ੍ਰਭੂ ਦੀ ਜੋਤ ਵਿੱਚ ਮਿਲੀ ਰਹਿੰਦੀ, ਭਾਵ ਉਹ ਇੱਕਮਿਕ ਹੋਇਆ ਰਹਿੰਦਾ ਹੈ, ਉਹ ਫਿਰ ਹਮੇਸ਼ਾ ਹੀ ਉਹਦੇ ਨਾਲ ਜਿਹੜਾ ਉਹ ਜੁੜਿਆ ਰਹਿੰਦਾ ਹੈ। ਸਤਿਗੁਰ ਕੀ ਸੇਵਾ ਅਤ ਸੁਖਾਲੀ, ਜੋ ਇੱਛੈ ਸੋ ਫਲ ਪਾਏ। ਅਤ ਸੁਖਾਲੀ ਭਾਵ ਕਿ ਸੁਖ ਦੇਣ ਵਾਲੀ, ਅਤ ਸੁਖਾਲੀ ਕਿ ਸਤਿਗੁਰੂ ਦੀ ਜਿਹੜੀ ਸੇਵਾ ਹੈ, ਸਤਿਗੁਰੂ ਦੇ ਦੱਸੇ ਅਨੁਸਾਰ ਜਿਹੜੀ ਸੇਵਾ ਹੈ ਅਤ ਸੁਖਾਲੀ, ਉਹ ਬਹੁਤ ਸੁਖ ਦੇਣ ਵਾਲੀ ਹੈ। ਜੋ ਇੱਛੇ, ਜਿਹੜਾ ਫਿਰ ਸਤਿਗੁਰੂ ਦੇ ਦੱਸੇ ਅਨੁਸਾਰ ਸੇਵਾ ਕਰਦਾ ਹੈ, ਜੋ ਇੱਛੇ, ਪਹਿਲਾਂ ਤਾਂ ਉਹ ਸੁਖ ਪ੍ਰਾਪਤ ਕਰਦਾ ਹੈ, ਫਿਰ ਅੱਗੇ ਹੈ ਜੋ ਇੱਛੇ, ਜੋ ਉਹ ਇੱਛਦਾ ਹੈ, ਜੋ ਉਹ ਚਾਹੁੰਦਾ ਹੈ, ਸੋ ਫਲ ਪਾਏ, ਉਹੋ ਹੀ ਫਲ ਫਿਰ ਉਹ ਪ੍ਰਾਪਤ ਕਰਦਾ ਹੈ, ਉਹੋ ਹੀ ਉਹਦੀ ਭਾਵਨਾ ਹੈ ਜਿਹੜੀ ਉਹ ਪੂਰਨ ਹੁੰਦੀ ਹੈ। ਜਤ ਸਤ ਤਪ ਪਵਿੱਤ ਸਰੀਰਾ, ਹਰ ਹਰ ਮਨ ਵਸਾਏ। ਹੁਣ ਇੱਥੇ ਮਨ ਕਿਉਂ ਪੜ੍ਹਿਆ ਆਪਾਂ? ਮਨ ਪੜ੍ਹਨਾ ਚਾਹੀਦਾ ਸੀ, ਮਨ ਦੀ ਗੱਲ ਹੋ ਰਹੀ ਹੈ, ਕਿਉਂਕਿ ਟਿੱਪੀ ਲੱਗੀ ਹੋਈ ਹੈ, ਇਹ ਜਿਹੜੀ ਉਚਾਰਨ ਮਨ ਕਰ ਰਹੀ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਕਿ ਗੁਰੂ ਦੀ ਦੱਸੀ ਸੇਵਾ ਹੀ ਜਿਹੜੀ ਹੈ, ਜਿਵੇਂ ਪਿਛਲੀ ਪੰਕਤੀ ਅੰਦਰ ਦੱਸ ਰਹੇ ਨੇ ਸਤਿਗੁਰੂ ਜੀ, ਸਤਿਗੁਰੂ ਕੀ ਸੇਵਾ, ਉਹੋ ਹੀ ਜਤ ਸਤ ਅਤੇ ਤਪ ਦਾ ਜਿਹੜਾ ਮੂਲ ਹੈ, ਭਾਵ ਸਭ ਕੁਝ ਸਤਿਗੁਰੂ ਦੀ ਦੱਸੀ ਸੇਵਾ ਵਿੱਚ ਹੀ ਆ ਜਾਂਦਾ ਹੈ। ਉਹਦੇ ਵਿੱਚੋਂ ਕੁਝ ਵੀ ਹੈ ਜਿਹੜਾ ਵਿਸ਼ੇਸ਼ ਤੌਰ ਤੇ ਕੋਈ ਜਤ ਤਪ ਆਦਿ ਜਿਹੜਾ ਹੈ ਸਤ ਧਾਰਨ ਕਰਨ ਦੀ ਜ਼ਰੂਰਤ ਨਹੀਂ ਹੈ, ਗੁਰੂ ਦੀ ਸੇਵਾ ਦੇ ਵਿੱਚ ਹੀ ਇਹ ਸਾਰਾ ਕੁਝ ਆ ਜਾਂਦਾ। ਇਹ ਸਾਰੇ ਜਿਹੜੇ ਰੂਪ ਨੇ ਭਗਤੀ ਆਦਿ ਦੇ, ਜਾਂ ਜਤ ਤਪ ਆਦਿ ਕਰਨੇ, ਇਹ ਸੰਜਮ ਕਰਨੇ, ਇਹ ਸਾਰੇ ਗੁਰੂ ਦੀ ਸੇਵਾ ਵਿੱਚ ਹੀ ਆ ਜਾਂਦੇ ਹਨ। ਅਤੇ ਸਤਿਗੁਰੂ ਦੀ ਸੇਵਾ ਨਾਲ ਫਿਰ ਗੁਰਮੁਖ ਦਾ, ਮਨੁੱਖ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ, ਤੇ ਉਹ ਫਿਰ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿੱਚ ਵਸਾ ਲੈਂਦਾ ਹੈ। ਮਨ ਵਸਾਏ, ਸਦਾ ਆਨੰਦ ਰਹਿ ਦਿਨ ਰਾਤੀ, ਮਿਲ ਪ੍ਰੀਤਮ ਸੁਖ ਪਾਏ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਸਦਾ ਆਨੰਦ ਰਹਿ, ਸਦਾ ਹੀ ਉਹ ਆਨੰਦ ਤੋਂ ਭਾਵ ਆਤਮਿਕ ਆਨੰਦ, ਆਤਮਿਕ ਸੁਖ ਮਾਣਦਾ ਹੈ, ਆਨੰਦ ਵਿੱਚ ਰਹਿੰਦਾ ਹੈ, ਦਿਨ ਰਾਤੀ, ਦਿਨ ਤੇ ਰਾਤ, ਪਿੱਛੇ ਸਦਾ ਸ਼ਬਦ ਵੀ ਵਰਤ ਲਿਆ, ਦੋਵਾਂ ਦਾ ਭਾਵ ਇੱਕੋ ਹੀ ਹੈ ਕਿ ਦਿਨ ਤੇ ਰਾਤ ਤੋਂ ਭਾਵ ਕਿ ਦੋ ਹੀ ਚੀਜ਼ਾਂ ਹੁੰਦੀਆਂ ਨੇ, ਕੋਈ ਤੀਸਰਾ ਤਾਂ ਨਹੀਂ ਹੁੰਦਾ।
इस करके सदा शब्द भी सतगुरु जी ने वरते, भाव सदा ही वो आनंद विच रहिंदा, दिन होवे रात होवे कोई भी समा होवे, मिल प्रीतम सुख पाए अते प्रभु नूं मिल के। प्रीतम तो भाव कि उस मालक परमेश्वर नूं मिल के सदा ही आत्मक सुख आनंद जिहड़ा है वो माणदा है। प्रीतम शब्द गुरबाणी दे अंदर अकाल पुरख परमेश्वर जी दे लई वरतिया गया है। कई बार मेरे वर्गे तो भी कहते कि तो मेरा नाम ही लिया सतगुरु जी ने कि प्रीतम नूं मिल लो सुख मिलेगा, क्योंकि हो जाता ना कई बार अनजान पुणे च, जां कई बंदे भुलेखा ही पा लेंदे कि मेरा नाम तो गुरु ग्रंथ साहब च लिखिया। बहुत सारे ऐसे नाम ने जां ऐसे शब्द ने वो अपने तरीके दे नाल कोई उहदी व्याख्या कर सकता है। जिवें असीं आनंद साहब जी दे अंतली पौड़ी दे विच पढ़दे हां, संत साजन भये, आपां सरसे पढ़ते हैं। असल शब्द सरसे नहीं है, सा प्लस रसे है, रस समेत ससा स रसे, कि ससा उहदे नालों थोड़ा जिहा जिहड़ा आपां जे कहण दा भाव कि उहनूं सस्से नूं जिहड़ा वखरा उचारण करांगे पर इकट्ठा ही शब्द नूं सा रसे कि रस समेत। पर हुण ਇਹਦੇ ਨਾਲ बड़ा ਵੱਡਾ ਭੁਲੇਖਾ भी पाया ਜਾਂਦਾ कि ਜਿਹੜੇ संत ने ਉਹ बस सरसे ਦੇ ਵਿੱਚ ਹੀ ਹੋ ਸਕਦੇ, ਹੋਰ ਕਿਤੇ ਹੋ नहीं ਸਕਦੇ। ਪੈ ਗਿਆ ਨਾ ਭੁਲੇਖਾ, ਜਿਹਨੂੰ ਨਹੀਂ ਪਤਾ। ਹੁਣ ਜਿਹਨੇ ਬਾਣੀ ਨਹੀਂ ਪੜ੍ਹੀ ਤੇ ਬੜੇ ਸੌਖੇ ਤਰੀਕੇ ਦੇ ਨਾਲ ਇੱਕ ਵਾਰੀ ਹੋਰ ਵੀ ਬਾਣੀ ਦੇ ਵਿੱਚ ਆਉਂਦਾ ਹੈ, ਫਿਰ ਉੱਥੋਂ ਫਿਰ ਲੈ ਲਿਆ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਕਿ ਬਸ ਸਾਰਾ ਕੁਝ ਸਰਸੇ ਹੈ, ਉੱਥੇ ਹੀ ਚੱਲੋ। ਇਸੇ ਤਰ੍ਹਾਂ ਇੱਕ ਨਹੀਂ ਹੋਰ ਕਈ ਸ਼ਬਦ ਨੇ। ਕਰਤਾਰ ਸ਼ਬਦ, तू करतार करें सो होए, इसी पढ़ते हैं। हुण हो सकता किसी का ना करतार होए, वो फिर आखदे कि बस जो करदा करतार ही करदा, और कुछ नहीं करदा। कहन तो भाव है कि जिहदा नाम करतार है बस वो ही करदा, होर कोई कुछ नहीं करदा। ऐसे ऐसे प्रचारक जां ऐसे ऐसे मनुख भी देखे ने, मिलते ने। कहन तो भाव है जे आम मनुख नूं सोझी नहीं है तो फिर आपे आखेगा कि वाकई गल तो ठीक है, गुरु साहब तो पहले ही लिख गए, चलो हुण उत्थे। कहन तो भाव है कि असीं बाणी छड्डी है विचारनी ते पढ़नी, तां इन्ना कुछ सानूं सहना पै रिहा है। आपां विचार नूं अगे तोरीए। जो सतगुर की शरणागति, हों तिन कै बल जाऊं। ਜਿਹੜੇ ਮਨੁੱਖ ਸਤਿਗੁਰੂ ਦੀ ਸ਼ਰਨ ਪੈਂਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਹਾਂ ਤਿਨ ਕੈ ਬਲ ਜਾਓ, ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ। ਦਰ ਸੱਚੇ ਸੱਚੀ ਵਡਿਆਈ, ਸਹਿਜੇ ਸੱਚ ਸਮਾਉ। फिर उन्होंने सदा थिर प्रभु के दर ते सदा की इज्जत जिहड़ी है, आदर है, वो मिल जाता है। ते आत्मक अडोलता भाव सहजे सच समाओ, आत्मक अडोलता दे नाल उहदी बरकत दे नाल उन्हां नूं उस परमेश्वर दे विच सच्चे दे विच जिहड़ी लीनता प्राप्त हो जाती, भाव उहदे नाल एक मिक जिहड़े वो हो जाते हैं। नानक नदरी पाईऐ, गुरमुख मेल मिलाऊ। हे नानक, इहो जिहे गुरमुखां दी संगत विच मिलाप परमात्मा दी मेहर नाल जिहड़ा मेहर दी नज़र नाल ही मिलदा है। भाव कि उहदे नाल जिहड़े जुड़े गुरमुख ने, प्यारे ने, सेवक ने, फिर उन्हां दी संगत, उन्हां दा मिलाप उस मालक दी नदरी पाई है, उहदी नज़र दे नाल, उहदी मेहर भरे नज़र दे नाल ही जिहड़ा है वो मिलदा है। श्री राग महला तीजा। मन मुख कर्म कमावणे, ज्यों दोहागण तन शिंगार।
ਇੱਥੇ ਸੱਸੇ ਨੂੰ ਬਿਹਾਰੀ ਹੈ, ਇਹਨੂੰ ਸਿਹਾਰੀ ਨਹੀਂ ਪੜ੍ਹਨਾ। ਬਹੁਤ ਵਾਰ ਸਿਹਾਰੀ ਨਾਲ ਵੀ ਆਏਗਾ ਇਹ ਸ਼ਿੰਗਾਰ ਸ਼ਬਦ, ਪਰ ਇਹਨੂੰ ਇੱਥੇ ਬਿਹਾਰੀ ਹੈ। ਹੁਣ ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ, ਮਨਮੁਖ ਕਰਮ ਕਮਾਵਣੇ। ਜਿਹੜੇ ਮਨਮੁਖ ਨੇ, ਆਪਣੇ ਮਨ ਦੇ ਪਿੱਛੇ ਲੱਗਦੇ ਐ, ਕਰਮ ਕਮਾਵਣੇ। ਜਿਹੜੇ ਉਹ ਧਾਰਮਿਕ ਕਰਮ ਆਦਿ ਕਰਦੇ ਨੇ ਵਿਖਾਵੇ ਦੇ ਰੂਪ ਵਿੱਚ, ਕਿ ਬਾਹਰੋਂ ਬਾਹਰੋਂ ਧਰਮੀ ਹੋਣ ਦਾ ਨਾਟਕ ਕਰਦੇ ਆ, ਪਖੰਡ ਕਰਦੇ ਐ, ਉਹ ਇਸ ਤਰ੍ਹਾਂ ਨੇ। ਅੱਗੇ ਇੱਕ ਉਦਾਹਰਨ ਦਿੱਤੀ ਹੈ, ਜੋ ਦੁਹਾਗਣ ਤਨ ਸ਼ਿੰਗਾਰ। ਦੁਹਾਗਣ ਤੋਂ ਭਾਵ ਜਿਹਦਾ ਪਤੀ ਨਾ ਹੋਵੇ, ਦੁਹਾਗਣ ਜਿਹੜੀ ਸੁਹਾਗਣ ਨਾ ਹੋਵੇ। ਤਨ ਸ਼ਿੰਗਾਰ, ਕਿ ਜਿਵੇਂ ਉਹ ਤਨ ਦੇ ਉੱਤੇ ਸ਼ਿੰਗਾਰ ਕਰਦੀ ਹੈ ਨਾ, ਇਹ ਬਿਲਕੁਲ ਉਵੇਂ ਹੈ। ਕਿਉਂਕਿ ਸੁਹਾਗਣ ਹੈ ਜਿਹੜੀ, ਉਹ ਤਾਂ ਸ਼ਿੰਗਾਰ ਕਰੇ ਆਪਣੇ ਤਨ ਦੇ ਉੱਤੇ, ਤੇ ਉਹ ਤਾਂ ਆਪਣੇ ਪਤੀ ਨੂੰ ਖੁਸ਼ ਕਰਨ ਵਾਸਤੇ ਹੈ। ਪਰ ਜਿਹੜੀ ਦੁਹਾਗਣ ਹੈ ਉਹ ਕਾਹਦੇ ਲਈ ਕਰਦੀ ਹੈ? ਜਾਂ ਤੇ ਉਹ ਵਿਕਾਰਾਂ ਦੇ ਅਧੀਨ ਹੋਏਗੀ, ਤੇ ਜਾਂ ਫਿਰ ਕੀ ਹੈ ਕਿ ਉਹ ਸਿਰਫ ਬਾਹਰੀ ਤੌਰ ਤੇ ਸਿਰਫ ਆਪਣੇ ਆਪ ਨੂੰ ਸੈਟੀਸਫਾਈ ਕਰਨ ਦੇ ਲਈ ਜਿਹੜਾ ਹੈ ਉਹ ਤਨ ਦੇ ਉੱਤੇ ਸ਼ਿੰਗਾਰ ਕਰੇਗੀ। ਕਹਿਣ ਤੋਂ ਭਾਵ ਹੈ ਕਿ ਮਨਮੁਖ ਹੈ ਜਿਹੜਾ, ਉਹਦੇ ਧਾਰਮਿਕ ਕਾਰਜ ਜਾਂ ਧਰਮ ਦੇ ਨਾਂ ਤੇ, ਉਹਦਾ ਧਰਮੀ ਜਿਹੜੇ ਕੰਮ ਕਰਦਾ ਹੈ ਧਰਮ ਦੇ ਨਾਂ ਤੇ, ਜਾਂ ਕੋਈ ਕੁਝ ਵੀ ਕਰਦਾ, ਕੋਈ ਵੀ ਐਸਾ ਮਨੁੱਖ ਜਿਹਦੇ ਅੰਦਰ ਗੁਰੂ ਦਾ ਸ਼ਬਦ ਨਹੀਂ ਹੈ, ਸਿਰਫ ਬਾਰ-ਬਾਰ ਵਰਤ ਰਿਹਾ, ਉਹਦੀ ਗੱਲ ਸਤਿਗੁਰੂ ਜੀ ਕਰ ਰਹੇ ਹਨ ਕਿ ਉਹ ਇਸ ਤਰ੍ਹਾਂ ਹੈ ਜਿਵੇਂ ਕੋਈ ਦੁਹਾਗਣ ਹੈ ਜਿਹੜੀ ਸੁਹਾਗਣ ਇਸਤਰੀ ਨਹੀਂ ਹੈ, ਜਿਹਦਾ ਪਤੀ ਨਹੀਂ ਹੈ, ਉਹ ਆਪਣੇ ਤਨ ਦੇ ਉੱਤੇ ਸੁਹਾਗਣਾਂ ਦੀ ਤਰ੍ਹਾਂ ਸ਼ਿੰਗਾਰ ਕਰੇ। ਇਹ ਬਿਲਕੁਲ ਉਵੇਂ ਹੈ। ਮਨਮੁਖ ਦੇ ਜਿਹੜੇ ਇਹ ਬਾਹਰੀ ਕਰਮ ਨੇ, ਧਾਰਮਿਕ ਕਰਮ ਕਰਕੇ ਵਿਖਾਉਂਦਾ ਹੈ, ਬਿਲਕੁਲ ਇਸੇ ਤਰ੍ਹਾਂ ਹਨ। ਸੇਜੈ ਕੰਤ ਨ ਆਵਈ, ਨਿਤ ਨਿਤ ਹੋਏ ਖੁਆਰ। ਸਤਿਗੁਰੂ ਜੀ ਹੁਣ ਦੁਹਾਗਣ ਦੀ ਹੀ ਇੱਥੇ ਫਿਰ ਉਦਾਹਰਨ ਦੇ ਰਹੇ ਨੇ ਕਿ ਸੇਜੈ ਕੰਤ ਨ ਆਵੇ। ਕੰਤ ਤੋਂ ਭਾਵ ਪਤੀ, ਕਿ ਜਿਹੜੀ ਦੁਹਾਗਣ ਹੈ ਉਹਦਾ ਪਤੀ ਹੈ ਹੀ ਨਹੀਂ, ਫਿਰ ਉਹ ਸ਼ਿੰਗਾਰ ਕਿਹਦੇ ਲਈ ਕਰ ਰਹੀ ਹੈ? ਭਾਵ ਕਿ ਉਹਦਾ ਸ਼ਿੰਗਾਰ ਕੀਤਾ ਹੋਇਆ ਤਨ ਦੇ ਉੱਤੇ ਸ਼ਿੰਗਾਰ ਹੈ ਜਿਹੜਾ, ਉਹ ਕਿਸੇ ਕੰਮ ਦਾ ਨਹੀਂ ਹੈ। ਸੇਜੈ ਕੰਤ ਨਾ ਆਵਈ, ਉਹਦੀ ਸੇਜ ਦੇ ਉੱਤੇ ਕੰਤ ਨੇ, ਪਤੀ ਨੇ ਨਹੀਂ ਆਉਣਾ। ਨਿਤ ਨਿਤ ਹੋਏ ਖੁਆਰ, ਉਹ ਨਿਤ ਨਿਤ ਫਿਰ ਖੁਆਰ ਹੀ ਹੁੰਦੀ ਹੈ, ਭਟਕਦੀ ਹੈ, ਕਿ ਸ਼ਿੰਗਾਰ ਕਰਦੀ ਹੈ, ਫਿਰ ਜਿਹੜੀ ਉਡੀਕਦੀ ਹੈ। ਪਰ ਸੁਹਾਗਣ ਹੋਏ ਤੇ ਪਤੀ ਆਵੇ ਨਾ, ਜਦੋਂ ਸੁਹਾਗਣ ਹੈ ਹੀ ਨਹੀਂ, ਹੈ ਹੀ ਦੁਹਾਗਣ, ਫਿਰ ਕਿਵੇਂ ਪਤੀ ਉੱਥੇ ਆਏਗਾ? ਫਿਰ ਉਹਦਾ ਕੀਤਾ ਹੋਇਆ ਤਨ ਤੇ ਸ਼ਿੰਗਾਰ ਹੈ ਉਹ ਵਿਅਰਥ ਹੈ, ਉਹ ਕਿਸੇ ਕੰਮ ਨਹੀਂ ਹੈ। ਇਸੇ ਤਰ੍ਹਾਂ ਪਾਤਸ਼ਾਹ ਜੀ ਆਖਦੇ ਹਨ ਕਿ ਜਿਹੜੇ ਮਨਮੁਖ ਨੇ ਉਹ ਬਾਹਰੋਂ ਬਾਹਰੋਂ ਸ਼ਿੰਗਾਰ ਤਾਂ ਕਰਦੇ ਆ, ਬਾਹਰੋਂ ਬਾਹਰੋਂ ਧਰਮੀ ਕਾਰਜ ਤਾਂ ਕਰਦੇ ਆ, ਬਾਹਰੋਂ ਬਾਹਰੋਂ ਬਾਣੀ ਤਾਂ ਜ਼ਰੂਰ ਪੜ੍ਹਦੇ ਆ, ਬਾਹਰੋਂ ਬਾਹਰੋਂ ਸੇਵਾ ਤੇ ਜ਼ਰੂਰ ਕਰਦੇ ਆ, ਪਰ ਅੰਦਰ ਹੈ ਨਹੀਂ, ਅੰਦਰ ਮੈਲ ਭਰੀ ਹੋਈ ਹੈ। ਫਿਰ ਉਹ ਉਡੀਕਦੇ ਨੇ ਕਿ ਰੱਬ ਮਿਹਰ ਕਰੇ, ਮਾਲਕ ਮਿਹਰ ਕਰੇ, ਰੱਬ ਸਾਨੂੰ ਸੁੱਖ ਦੇ। ਪਰ ਆਵੇ ਤੇ ਪ੍ਰਗਟ ਤਾਂ ਮਾਲਕ ਤਾਂ ਹੀ ਹੋਵੇ ਨਾ ਜੇ ਅੰਦਰ ਖਿੱਚ ਹੋਏ, ਜੇ ਉਹਦੇ ਨਾਲ ਪ੍ਰੀਤ ਹੋਏ। ਜੇ ਹੈ ਹੀ ਬਾਹਰੋਂ ਬਾਹਰੋਂ, ਫਿਰ ਸਤਿਗੁਰੂ ਜੀ ਆਖਣ ਲੱਗੇ ਫਿਰ ਇਹ ਖੁਆਰ ਹੀ ਹੁੰਦਾ ਹੈ ਕਿ ਅੰਦਰ ਕੁਝ ਹੋਰ ਚੱਲ ਰਿਹਾ ਹੈ, ਬਾਹਰੋਂ ਕੁਝ ਹੋਰ ਬਣ ਕੇ ਵਿਖਾਉਣ ਦਾ ਯਤਨ ਕਰ ਰਿਹਾ ਹੈ। ਪਿਰ ਕਾ ਮਹਿਲ ਨ ਪਾਵਈ, ਨਾ ਦੀਸੈ ਘਰ ਬਾਰ। ਫਿਰ ਸਤਿਗੁਰੂ ਜੀ ਹੁਣ ਉਸੇ ਦੁਹਾਗਣ ਨੂੰ ਅੱਗੇ ਰੱਖਣੇ। ਪਿਰ ਕਾ, ਪਿਰ ਤੋਂ ਭਾਵ ਪਤੀ, ਕਾ ਮਹਿਲ ਭਾਵ ਉਹਦਾ ਘਰ ਨਹੀਂ ਪ੍ਰਾਪਤ ਕਰਦੀ। ਨਾ ਦੀਸੈ ਘਰ ਬਾਰ, ਨਾ ਉਹਨੂੰ ਉਹਦਾ ਘਰ ਦਿਸਦਾ ਹੈ, ਨਾ ਉਹਦਾ ਘਰ ਬਾਰ ਜਿਹੜਾ ਹੈ ਉਹ ਦਿਸਦਾ ਹੈ। ਕਿਉਂ? ਕਿਉਂਕਿ ਉਹ ਦੁਹਾਗਣ ਹੈ, ਉਹਦਾ ਪਤੀ ਹੈ ਹੀ ਨਹੀਂ ਹੈ। ਭਾਵ ਉਹਨੇ ਪਤੀ ਨੂੰ ਸਮਝਿਆ ਹੀ ਨਹੀਂ ਅਜੇ ਤੱਕ ਕਿ ਮੇਰਾ ਪਤੀ ਹੈ ਕੌਣ। ਭਾਵ ਉਹ ਬਾਹਰੋਂ ਬਾਹਰੋਂ ਸ਼ਿੰਗਾਰ ਕਰੀ। ਇਸੇ ਤਰ੍ਹਾਂ ਮਨਮੁਖ ਹੈ, ਉਹ ਬਾਹਰੋਂ ਬਾਹਰੋਂ ਕਾਰਜ ਕਰਦੇ ਨੇ, ਬਾਹਰੋਂ ਬਾਹਰੋਂ ਧਰਮੀ ਹੋਣ ਦਾ ਜਿਹੜਾ ਪਖੰਡ ਕਰਦੇ ਨੇ, ਪਰ ਅੰਦਰ ਨਹੀਂ ਹੈ। ਇਸ ਕਰਕੇ ਫਿਰ ਉਹਨਾਂ ਨੂੰ ਉਸ ਮਾਲਕ ਦਾ ਮਹਿਲ ਹੈ, ਘਰ ਹੈ, ਉਹ ਪ੍ਰਾਪਤ ਨਹੀਂ ਹੁੰਦਾ। ਭਾਵ ਉਸ ਮਾਲਕ ਦੇ ਨਾਲ ਮਿਲਾਪ ਹਾਸਲ ਨਹੀਂ ਹੁੰਦਾ। ਨਾ ਦੀਸੈ ਘਰ ਬਾਰ, ਨਾ ਉਹਨਾਂ ਨੂੰ ਦਿਸਦਾ ਹੈ ਉਸ ਮਾਲਕ ਦਾ ਜਿਹੜਾ ਘਰ ਹੈ, ਬਾਰ ਹੈ, ਨਾ ਹੀ ਉਹਨਾਂ ਨੂੰ ਉਹ ਨਜ਼ਰ ਆਉਂਦਾ ਹੈ, ਨਾ ਹੀ ਇਸ ਬਾਰੇ ਸਮਝ ਪੈਂਦੀ ਹੈ।
ਭਾਈ ਰੇ ਇੱਕ ਮਨ ਨਾਮ ਧਿਆਏ। ਇੱਥੇ ਸ਼ਬਦ ਮਨ ਉਚਾਰਨ ਕੀਤਾ। ਕਿਉਂ? ਕਿਉਂਕਿ ਇੱਥੇ ਟਿੱਪੀ ਨਹੀਂ ਹੈ। ਪਿੱਛੇ ਸੀ ਟਿੱਪੀ ਨਾਲ ਸੀ, ਉੱਥੇ ਆਪਾਂ ਮਨ ਕੀਤਾ। ਇੱਥੇ ਮੰਮਾ ਨੰਨੇ ਨੂੰ ਸਿਹਾਰੀਏ, ਅਰਥ ਕੀ ਹੋਵੇਗਾ ਜੀ? ਮਨ ਵਿੱਚ। ਕਿ ਹੇ ਭਾਈ, ਇੱਕ ਮਨ ਚਿੱਤ ਹੋ ਕੇ, ਇੱਕ ਮਨ ਨਾਲ, ਇੱਕ ਮਨ ਵਿੱਚ, ਭਾਵ ਕਿ ਇਕਾਗਰ ਚਿੱਤ ਹੋ ਕੇ ਨਾਮ ਧਿਆਏ। ਉਸ ਮਾਲਕ ਦਾ ਨਾਮ ਧਿਆਉਣਾ ਕਰ, ਉਸ ਮਾਲਕ ਦੇ ਨਾਮ ਵਿੱਚ ਜੁੜਨਾ ਕਰ। ਸੰਤਾਂ ਸੰਗਤ ਮਿਲ ਰਹਿ, ਜਪ ਰਾਮ ਨਾਮ ਸੁਖ ਪਾਏ। ਰਹਾਉ। ਇੱਥੇ ਸ਼ਬਦ ਹੈ ਸੰਤਾ। ਹੁਣ ਸੰਤਾ ਉਚਾਰਨ ਕਰਾਂਗੇ, ਇਹ ਕਿਸੇ ਦਾ ਨਾਮ ਹੋ ਜਾਏਗਾ, ਕਿਉਂਕਿ ਪੁਰਾਣੇ ਸਮੇਂ ਵਿੱਚ ਸੰਤ ਜਾਂ ਸੰਤਾ ਸਿੰਘ ਆਮ ਨਾਮ ਹੁੰਦੇ ਸਨ। ਪਰ ਇੱਥੇ ਬਹੁਵਚਨ ਦੀ ਗੱਲ ਹੈ। ਸੰਤਾਂ ਭਾਵ ਉਹ ਮਨੁੱਖ ਜਿਹੜੇ ਉਸ ਮਾਲਕ ਦੀ ਰਜ਼ਾ ਦੇ ਅਨੁਸਾਰ ਗੁਰੂ ਦੇ ਹੁਕਮ ਵਿੱਚ ਆਪਣਾ ਜੀਵਨ ਜਿਉਂਦੇ ਨੇ, ਬਾਹਰੋਂ ਤੇ ਅੰਦਰੋਂ ਇੱਕ ਨੇ। ਫਿਰ ਤੋਂ ਮੈਂ ਬੇਨਤੀ ਕਰਦਾ ਜਾਵਾਂ ਕਿ ਸੰਤ ਉਹ ਨਹੀਂ ਹੈ ਜਿਹੜੇ ਆਪਣੇ ਨਾਮ ਨਾਲ ਵਿਸ਼ੇਸ਼ ਤੌਰ ਤੇ ਲਾ ਕੇ ਤੇ ਆਪਣਾ ਵੱਖਰਾ ਜਿਹਾ ਡੇਰਾ ਬਣਾ ਕੇ ਆਖਦੇ ਨੇ ਕਿ ਹੁਣ ਮੈਂ ਸੰਤ ਹਾਂ। ਯਾਦ ਰੱਖਿਓ, ਉਹ ਸੰਤ ਨਹੀਂ ਹੈ। ਉਹ ਤੇ ਹੋ ਸਕਦਾ 100 ਦੇ ਵਿੱਚੋਂ ਇੱਕ ਅੱਧਾ ਹੋਵੇ, ਪਰ ਬਾਕੀ ਜਿਹੜੇ ਨੇ ਉਹ ਬਿਜ਼ਨਸਮੈਨ ਹੀ ਨੇ। ਉਹ ਆਪਾਂ ਕੱਲ ਵਿਚਾਰਿਆ ਸੀ ਕਿ ਬਿਜ਼ਨਸ ਕਰਦੇ ਕਿਵੇਂ ਆ, ਕਿਵੇਂ ਸਾਨੂੰ ਚੋਗ ਖਿਲਾਰ ਕੇ ਜਿਹੜਾ ਫਿਰ ਸਾਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਜਾਂਦਾ ਤੇ ਅਸੀਂ ਫਸ ਜਾਂਦੇ ਹਾਂ। ਸੰਤਾਂ ਸੰਗਤ ਮਿਲ ਰਹਿ, ਜਪ ਰਾਮ ਨਾਮ ਸੁਖ ਪਾਏ। ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ ਕਿ ਫਿਰ ਜਿਹੜਾ ਮਨੁੱਖ ਸਾਧ ਸੰਗਤ ਵਿੱਚ ਟਿਕਿਆ ਰਹਿੰਦਾ ਹੈ, ਸਾਧ ਸੰਗਤ ਵਿੱਚ ਰਹਿੰਦਾ ਹੈ, ਸਾਧ ਸੰਗਤ ਵਿੱਚ ਹਾਜ਼ਰੀ ਭਰਦਾ ਹੈ, ਇਹਦਾ ਭਾਵ ਸੰਤ ਦਾ ਅਸਲ ਭਾਵ ਹੈ ਸਤ। ਸਤ ਭਾਵ ਸੱਚ, ਕਿ ਜਿਹੜਾ ਅੰਦਰੋਂ ਤੇ ਬਾਹਰੋਂ ਸੱਚਾ ਹੈ। ਉਹਦੇ ਅੰਦਰ ਤੇ ਬਾਹਰ ਇੱਕੋ ਹੀ ਚੀਜ਼ ਹੈ। ਇਹ ਨਹੀਂ ਕਿ ਅੰਦਰੋਂ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਦਿਖਦਾ ਹੈ। ਤੇ ਸੱਚਾ ਕੌਣ ਹੁੰਦਾ ਹੈ? ਜਿਹੜਾ ਉਸ ਮਾਲਕ ਦੀ ਰਜ਼ਾ ਦੇ ਵਿੱਚ ਪੂਰਾ ਹੈ, ਜਿਹੜਾ ਗੁਰੂ ਦੇ ਇੱਕ ਇੱਕ ਸ਼ਬਦ ਦੇ ਉੱਤੇ ਪੂਰਾ ਹੈ, ਇੱਕ ਇੱਕ ਬਚਨ ਦੇ ਉੱਤੇ ਪੂਰਾ ਹੈ। ਫਿਰ ਜਿਹੜਾ ਮਨੁੱਖ ਐਸੇ ਮਨੁੱਖਾਂ, ਐਸੀ ਸਾਧ ਸੰਗਤ ਦੇ ਵਿੱਚ ਟਿਕਿਆ ਰਹਿੰਦਾ ਹੈ, ਉਹ ਪਰਮਾਤਮਾ ਦਾ ਨਾਮ ਸਿਮਰ ਕੇ ਸੁੱਖ ਮਾਣਦਾ ਹੈ। ਉਹ ਫਿਰ ਸੁੱਖ ਦੀ ਪ੍ਰਾਪਤੀ ਕਰਦਾ ਹੈ। ਕਿਉਂਕਿ ਜਿੱਥੇ ਹੁਣ ਸਾਧ ਸੰਗਤ ਹੈ, ਜਿੱਥੇ ਗੁਰਮੁਖਾਂ ਦੀ ਸੰਗਤ ਹੈ, ਜਿਵੇਂ ਆਪ ਸਭ ਸੱਜ ਬੈਠੇ ਹੋ, ਹੁਣ ਆਪ ਜੀ ਦਾ ਮਨ ਤੇ ਚਿੱਤ ਇੱਕ ਹੀ ਹੈ। ਤੁਹਾਡਾ ਮਨ ਕਿਤੇ ਹੁਣ ਬਾਹਰ ਨਹੀਂ ਦੌੜ ਰਿਹਾ, ਤੁਹਾਡਾ ਧਿਆਨ ਇੱਥੇ ਹੈ, ਗੁਰੂ ਦੇ ਸ਼ਬਦ ਵਿੱਚ ਹੈ, ਤੁਸੀਂ ਵਸਾ ਰਹੇ ਹੋ। ਤੇ ਹੁਣ ਆਪ ਜੀ ਸੰਤਾਂ ਦਾ ਰੂਪ ਹੀ ਹੋ, ਆਪ ਜੀ ਸਾਧੂ ਦਾ ਰੂਪ ਹੀ ਹੋ, ਆਪ ਜੀ ਹੀ ਗੁਰਮੁਖ ਹੋ। ਪਰ ਜੇ ਮਨ ਦੌੜਦਾ ਅਜੇ ਵੀ, ਤੇ ਫਿਰ ਅਜੇ ਕਿਤੇ ਨਾ ਕਿਤੇ ਕਮੀ ਹੈ। ਇਸੇ ਨੂੰ ਸਤਿਗੁਰੂ ਜੀ ਆਖ ਰਹੇ ਹਨ ਫਿਰ ਕਿ ਜਿਹੜਾ ਐਸੀ ਸੰਗਤ ਦੇ ਵਿੱਚ ਆ ਕੇ ਬੈਠਦਾ ਹੈ, ਮਿਲਦਾ ਹੈ, ਫਿਰ ਉਹ ਉਸ ਮਾਲਕ ਦਾ ਨਾਮ ਸਿਮਰ ਕੇ ਧਿਆ ਕੇ ਸੁਖ ਮਾਣਦਾ ਹੈ। ਗੁਰਮੁਖ ਸਦਾ ਸੁਹਾਗਣੀ, ਪਿਰ ਰਾਖਿਆ ਔਰ ਧਾਰ। ਹੁਣ ਸਤਿਗੁਰੂ ਪਾਤਸ਼ਾਹ ਜੀ ਆਖਦੇ ਕਿ ਜਿਹੜੇ ਗੁਰਮੁਖ ਨੇ ਉਹ ਸਦਾ ਹੀ ਸੁਹਾਗਣੀ ਦੀ ਤਰ੍ਹਾਂ ਨੇ। ਕਿਉਂਕਿ ਪਿਰ ਰਾਖਿਆ ਔਰ ਧਾਰ। ਔਰ ਧਾਰ ਤੋਂ ਭਾਵ ਕੀ ਹੈ ਜੀ? ਹਿਰਦਾ। ਕਿ ਉਹਨਾਂ ਨੇ ਪਿਰ ਤੋਂ ਭਾਵ ਪਤੀ, ਭਾਵ ਪਰਮੇਸ਼ਰ ਮਾਲਕ, ਕਿ ਉਹਨਾਂ ਨੇ ਉਸ ਮਾਲਕ ਨੂੰ, ਪਰਮੇਸ਼ਰ ਨੂੰ ਸਦਾ ਹੀ ਆਪਣੇ ਹਿਰਦੇ ਦੇ ਵਿੱਚ ਜਿਹੜਾ ਹੈ ਟਿਕਾ ਕੇ ਰੱਖਿਆ ਹੋਇਆ ਹੈ। ਇਸ ਕਰਕੇ ਗੁਰਮੁਖ ਨੇ ਜਿਹੜੇ ਉਹ ਸੁਹਾਗਣੀ ਦੀ ਤਰ੍ਹਾਂ ਹਨ, ਭਾਵ ਉਹ ਉਸ ਮਾਲਕ ਦੀ ਪ੍ਰਾਪਤੀ ਵਾਲੇ ਹਨ। ਮਿੱਠਾ ਬੋਲੇ
ਨਿਵ ਚਲਹਿ ਸੇਜੈ ਰਵੈ ਪਧਾਰ। ਹੁਣ ਪਾਤਸ਼ਾਹ ਜੀ ਆਖਦੇ ਹਨ, ਫਿਰ ਜਿਹੜੇ ਸੁਹਾਗਣਾ ਵਰਗੇ ਗੁਰਮੁਖ ਨੇ, ਮਨੁੱਖ ਨੇ, ਭਾਵ ਜਿਨ੍ਹਾਂ ਨੇ ਮਾਲਕ ਦੀ ਪ੍ਰਾਪਤੀ ਕੀਤੀ ਹੋਈ ਹੈ, ਉਹਨੂੰ ਸਦਾ ਵਸਾ ਕੇ ਰੱਖਦੇ ਨੇ ਹਿਰਦੇ ਦੇ ਵਿੱਚ, ਮਿੱਠਾ ਬੋਲੇ, ਉਹ ਫਿਰ ਹਮੇਸ਼ਾ ਹੀ ਜਿਹੜਾ ਹੈ ਉਹ ਸਭਨਾਂ ਨਾਲ ਮਿੱਠੇ ਬੋਲ ਬੋਲਦੇ ਹੈ। ਉਹਨਾਂ ਦੇ ਵਿੱਚ ਬੜੀ ਮਿਠਾਸ ਹੁੰਦੀ ਹੈ। ਉਹਨਾਂ ਦੇ ਵਿੱਚ ਇਹ ਨਹੀਂ ਕਿ ਕਿਸੇ ਨੂੰ ਲੱਗੇ ਕਿ ਇਹਦੇ ਅੰਦਰ ਕੁਝ ਹੋਰ ਹੈ, ਬਾਹਰੋਂ ਕੁਝ ਹੋਰ ਬੋਲਦਾ ਹੈ। ਉਹ ਫਿਰ ਇੱਕ ਵੱਖਰਾ ਜਿਹਾ ਫੀਲ ਆਉਂਦਾ ਕਿ ਬੜੀ ਮਿਠਾਸ ਹੈ ਸ਼ਬਦਾਂ ਦੇ ਵਿੱਚ, ਬੜਾ ਮਿੱਠਾ ਬੋਲਦਾ ਹੈ। ਭਾਵ ਜਿਹਦੇ ਅੰਦਰ ਵਸਦਾ ਹੈ, ਜਿਹੜਾ ਅੰਦਰੋਂ ਤੇ ਬਾਹਰੋਂ ਇੱਕ ਹੈ। ਫਿਰ ਜਿਹੜੇ ਗੁਰਮੁਖ ਸੁਹਾਗਣਾ ਵਰਗੇ ਨੇ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਮਾਲਕ ਵਸਦਾ ਹੈ, ਉਹ ਫਿਰ ਸਭਨਾਂ ਨਾਲ ਮਿੱਠੇ ਬੋਲ ਬੋਲਦੇ ਨੇ। ਮਿੱਠਾ ਬੋਲੇ ਨਿਵ ਚਲੈ, ਉਹ ਫਿਰ ਨਿਉ ਕੇ ਚੱਲਦੇ ਨੇ, ਭਾਵ ਉਸ ਮਾਲਕ ਦੀ ਰਜ਼ਾ ਦੇ ਅਨੁਸਾਰ ਚੱਲਦੇ ਹੈ। ਭਾਵ ਗਰੀਬੀ ਸੁਭਾਅ ਵਾਲੇ ਬਣ ਜਾਂਦੇ ਆ, ਭਾਵ ਨੀਵੇਂ ਹੋ ਕੇ ਚੱਲਦੇ ਨੇ, ਤੇ ਉਹਨਾਂ ਦੇ ਹਿਰਦੇ ਸੇਜ ਨੂੰ ਪ੍ਰਭੂ ਪਤੀ ਜਿਹੜਾ ਮੰਨਦਾ ਹੈ, ਭਾਵ ਕਿ ਮਾਲਕ ਹਮੇਸ਼ਾ ਹੀ ਉਹਨਾਂ ਦੇ ਅੰਗ ਸੰਗ ਸਹਾਈ ਰਹਿੰਦਾ ਹੈ। ਸ਼ੋਭਾਵੰਤੀ ਸੁਹਾਗਣੀ ਜਿਨ ਗੁਰ ਕਾ ਹੇਤ ਅਪਾਰ। ਗੁਰ ਕਾ ਹੇਤ, ਹੇਤ ਤੋਂ ਭਾਵ ਪਿਆਰ, ਕਿ ਤੈਨੂੰ ਬੜਾ ਹੇਤ ਆਉਂਦਾ। ਹੇਤ ਤੋਂ ਭਾਵ ਕਿ ਤੈਨੂੰ ਬੜਾ ਪਿਆਰ ਹੈ ਉਹਦੇ ਨਾਲ। ਗੁਰ ਕਾ ਹੇਤ ਅਪਾਰ, ਕਿ ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਅਤੁੱਟ ਪਿਆਰ ਹੈ। ਅਪਾਰ ਤੋਂ ਭਾਵ ਕਿ ਅਪਾਰ, ਕਿ ਜਿਹਦਾ ਕੋਈ ਪਾਰ ਨਹੀਂ ਹੈ। ਅਤੁੱਟ ਪਿਆਰ ਆਪਣੇ ਹਿਰਦੇ ਵਿੱਚ ਵਸਾਇਆ ਹੈ, ਉਹ ਉਹਨਾਂ ਸੁਹਾਗਣਾ ਵਾਂਗ ਹਨ ਜਿਨ੍ਹਾਂ ਨੇ ਸ਼ੋਭਾ ਖੱਟੀ ਹੈ। ਨਾਨਕ ਤੇ ਮੁਖ ਉਜਲੇ, ਜਿਵੇਂ ਆਖਦੇ ਨੇ ਕਿ ਤੇ ਮੁਖ ਉਜਲੇ, ਕਿ ਉਹਦੇ ਦਰਬਾਰ ਦੇ ਵਿੱਚ ਉਹੀ ਉਜਲ ਮੁਖ ਵਾਲੇ ਹਨ ਜਿਨ੍ਹਾਂ ਨੇ ਸ਼ੋਭਾ ਖੱਟੀ ਹੈ, ਜਿਹੜੇ ਸੁਹਾਗਣਾ ਵਾਂਗੂ ਆਪਣਾ ਜੀਵਨ ਬਤੀਤ ਕਰਦੇ ਹਨ। ਫਿਰ ਗੁਰੂ ਦੇ ਨਾਲ ਉਹਨਾਂ ਦਾ ਹੀ ਜਿਹੜਾ ਹੈ ਅਪਾਰ ਪਿਆਰ ਹੈ, ਭਾਵ ਕਿ ਜਿਹੜੇ ਪਿਆਰ ਕਰਦੇ ਨੇ ਗੁਰੂ ਨੂੰ, ਗੁਰੂ ਦੇ ਸ਼ਬਦ ਨੂੰ ਹਿਰਦੇ ਦੇ ਵਿੱਚ ਵਸਾਉਂਦੇ ਨੇ, ਤੇ ਫਿਰ ਉਹ ਸੁਹਾਗਣਾ ਦੇ ਵਾਂਗ ਹਨ, ਉਹ ਗੁਰਮੁਖਾਂ ਦੇ ਵਾਂਗ ਹਨ ਜਿਨ੍ਹਾਂ ਨੇ ਮਾਲਕ ਦੇ ਦਰ ਤੇ ਸ਼ੋਭਾ ਪ੍ਰਾਪਤ ਕੀਤੀ ਹੈ। ਪੂਰੇ ਭਾਗ ਸਤਿਗੁਰ ਮਿਲੈ ਜਾਂ ਭਾਗੈ ਕਾ ਉਦੋ ਹੋਏ। ਸਤਿਗੁਰੂ ਪਾਤਸ਼ਾਹ ਜੀ ਆਖਦੇ ਹਨ ਕਿ ਪੂਰੇ ਭਾਗ ਸਤਿਗੁਰ ਮਿਲੇ, ਕਿ ਜਦੋਂ ਕਿਸੇ ਮਨੁੱਖ ਦਾ ਭਾਗ ਜਾਗ ਪਏ, ਪੂਰੇ ਭਾਗ ਸਤਿਗੁਰੂ ਮਿਲੇ, ਤਾਂ ਉਸ ਨੂੰ ਵੱਡੀ ਕਿਸਮਤ ਨਾਲ ਸਤਿਗੁਰੂ ਸੱਚਾ ਗੁਰੂ ਜਿਹੜਾ ਮਿਲ ਪੈਂਦਾ ਹੈ। ਤੇ ਗੁਰੂ ਦੇ ਮਿਲਣ ਦੇ ਨਾਲ ਹਿਰਦੇ ਦੇ ਵਿੱਚੋਂ ਦੁੱਖ ਹੈ ਜਿਹੜਾ ਉਹ ਕੱਟਿਆ ਜਾਂਦਾ ਹੈ। ਜਾਂ ਭਾਗੈ ਕਾ ਉਦੋਂ ਹੋਏ, ਜਦੋਂ ਉਹਦੇ ਜਾਗਦੇ ਨੇ ਭਾਗ, ਭਾਵ ਉਹ ਗੁਰੂ ਦੇ ਸਨਮੁਖ ਆਉਂਦਾ ਹੈ, ਤੇ ਫਿਰ ਉਹ ਸੱਚੇ ਗੁਰੂ ਦੀ ਪ੍ਰਾਪਤੀ ਕਰਦਾ ਹੈ। ਤੇ ਫਿਰ ਉਦੋਂ ਹੁੰਦਾ ਕੀ ਹੈ? ਅੰਤਰੋਂ ਦੁੱਖ ਭ੍ਰਮ ਕੱਟੀਐ ਸੁਖ ਪ੍ਰਾਪਤ ਹੋਏ। ਇੱਥੇ ਸ਼ਬਦ ਆਇਆ ਭ੍ਰਮ, ਪੈਰ ਚਰਾਰਾ ਹੈ ਭ੍ਰਮ, ਤੇ ਜਦੋਂ ਇਹ ਪੂਰਾ ਆਏਗਾ ਉਦੋਂ ਉਚਾਰਨ ਕੀ ਹੋਏਗਾ? ਭਰਮ। ਇਹ ਵੀ ਉਚਾਰਨ ਦਾ ਖਿਆਲ ਰੱਖਣਾ ਹੈ, ਭ੍ਰਮ ਅਤੇ ਭਰਮ। ਹੁਣ ਸਤਿਗੁਰੂ ਪਾਤਸ਼ਾਹ ਜੀ ਆਖਦੇ ਕਿ ਜਿਹਨੂੰ ਸੱਚਾ ਗੁਰੂ ਮਿਲ ਪੈਂਦਾ ਹੈ, ਅੰਦਰੋਂ ਦੁੱਖ ਭ੍ਰਮ ਕੱਟੀਏ, ਉਹਦੇ ਜੀਵਨ ਦੇ ਵਿੱਚੋਂ ਆਤਮਿਕ ਦੁੱਖ ਹੈ ਜਿਹੜਾ, ਆਤਮਿਕ ਅਸ਼ਾਂਤੀ ਹੈ ਅਤੇ ਵਹਿਮ ਭਰਮ ਨੇ, ਉਹ ਖਤਮ ਹੋ ਜਾਂਦੇ ਹਨ ਤੇ ਸੁਖ ਪ੍ਰਾਪਤ ਹੋਏ, ਉਹਨੂੰ ਆਤਮਿਕ ਸੁਖ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ। ਗੁਰ ਕੈ ਭਾਣੈ ਜੋ ਚੱਲੈ ਦੁੱਖ ਨਾ ਪਾਵੈ ਕੋਇ।
ਹੁਣ ਇਹਦੇ ਅਰਥ ਤਾਂ ਆਪ ਜੀ ਨੂੰ ਸਾਰਿਆਂ ਨੂੰ ਕਲੀਅਰ ਹੋ ਗਏ ਨੇ ਕਿ ਗੁਰ ਕੈ ਭਾਣੇ ਜੋ ਚੱਲੈ ਦੁੱਖ ਨਾ ਪਾਵੈ ਕੋਈ। ਉਹ ਦੁੱਖ ਕੀ ਹੈ? ਇੱਕ ਵਚਨ ਹੈ, ਇੱਕ ਦੁੱਖ ਦੀ ਗੱਲ ਹੋ ਰਹੀ ਹੈ ਕਿ ਉਹ ਫਿਰ ਇਹ ਮਾਇਆ ਦਾ ਦੁੱਖ ਹੈ, ਇਹ ਜਮਾਂ ਦਾ ਜਿਹੜਾ ਦੁੱਖ ਹੈ ਉਹ ਉਹਨੂੰ ਤੰਗ ਨਹੀਂ ਕਰਦਾ, ਭਾਵ ਉਹਦੇ ਨੇੜੇ ਨਹੀਂ ਟੁਕਦਾ। ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ, ਸਹਿਜੇ ਪਾਵੈ ਕੋਇ। ਗੁਰ ਕੇ ਭਾਣੇ, ਭਾਣੇ ਤੋਂ ਭਾਵ ਰਜਾ, ਕਿ ਗੁਰੂ ਦੀ ਰਜਾ ਵਿੱਚ ਨਾਮ ਅੰਮ੍ਰਿਤ ਹੈ। ਤੇ ਜਿਹੜਾ ਗੁਰੂ ਦੀ ਰਜ਼ਾ ਦੇ ਵਿੱਚ, ਭਾਣੇ ਦੇ ਵਿੱਚ ਤੁਰਦਾ ਹੈ, ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਫਿਰ ਇਹ ਅੰਮ੍ਰਿਤ ਹੈ, ਭਾਵ ਜਿਹੜਾ ਨਾਮ ਅੰਮ੍ਰਿਤ ਹੈ, ਇਹਨੂੰ ਪੀਂਦਾ ਹੈ। ਕਿਉਂਕਿ ਸਹਿਜੇ ਹੈ ਕਿ ਗੁਰੂ ਦੀ ਰਹਿਮਤ ਉਹਦੇ ਉੱਤੇ ਹੋਵੇਗੀ ਜਿਹੜਾ ਉਸ ਮਾਲਕ ਦੇ ਜਾਂ ਗੁਰੂ ਦੇ ਹੁਕਮ ਦੇ ਵਿੱਚ, ਭਾਣੇ ਦੇ ਵਿੱਚ ਹੋਏਗਾ। ਫਿਰ ਉਸੇ ਨੂੰ ਹੀ ਆਨੰਦ ਆਏਗਾ ਬਾਣੀ ਦਾ, ਉਸੇ ਦੇ ਅੰਦਰ ਖਿੱਚ ਹੋਏਗੀ ਕਿ ਹੁਣ ਮੈਂ ਬਾਣੀ ਪੜ੍ਹ ਲਵਾਂ, ਹੁਣ ਮੈਂ ਸਤਿਗੁਰੂ ਦੇ ਸ਼ਬਦ ਨਾਲ ਜੁੜ ਲਵਾਂ, ਹੁਣ ਮੈਂ ਕੀਰਤਨ ਸੁਣ ਲਵਾਂ, ਕਥਾ ਸੁਣ ਲਵਾਂ, ਪਾਠ ਸੁਣ ਲਵਾਂ, ਜਾਂ ਆਪ ਵਿਚਾਰ ਕਰ ਲਵਾਂ। ਕਿਉਂਕਿ ਅੰਦਰ ਖਿੱਚ ਬਣ ਜਾਂਦੀ ਹੈ ਕਿ ਮੈਨੂੰ ਬਹੁਤ ਆਨੰਦ ਆਉਂਦਾ ਹੈ। ਜਦੋਂ ਆਨੰਦ ਆਉਣ ਲੱਗ ਪਿਆ, ਕਹਿਣ ਤੋਂ ਭਾਵ ਹੈ ਉਦੋਂ ਉਹ ਅੰਮ੍ਰਿਤ ਫਿਰ ਪੀਂਦਾ ਹੈ। ਜਿਨ੍ਹਾਂ ਪ੍ਰਾਪਤ ਤਿਨ ਪਿਆ, ਹਉਮੈ ਵਿੱਚੋਂ ਖੋਏ। ਫਿਰ ਜਿਨ੍ਹਾਂ ਨੇ ਇਹ ਨਾਮ ਅੰਮ੍ਰਿਤ ਹੈ ਜਿਹੜਾ ਉਹ ਗੁਰੂ ਦੀ ਬਖਸ਼ਿਸ਼ ਦੇ ਨਾਲ ਲੱਭ ਲਿਆ ਹੈ, ਫਿਰ ਸਤਿਗੁਰੂ ਜੀ ਆਖਦੇ ਹਨ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਦਿੰਦੇ ਨੇ ਤੇ ਫਿਰ ਇਸ ਨਾਮ ਅੰਮ੍ਰਿਤ ਨੂੰ ਪੀਂਦੇ ਹਨ, ਭਾਵ ਇਹਦਾ ਆਨੰਦ ਮਾਣਦੇ ਹਨ। ਨਾਨਕ ਗੁਰਮੁਖ ਨਾਮ ਧਿਆਈਐ, ਸੱਚ ਮਿਲਾਵਾ ਹੋਏ। ਸੱਚ ਮਿਲਾਵਾ ਹੋਏ ਦਾ ਕੀ ਭਾਵ ਹੈ, ਕੀ ਅਰਥ ਹੈ? ਸੱਚ ਤੋਂ ਭਾਵ ਸਦਾ ਸਥਿਰ ਮਾਲਕ ਪਰਮੇਸ਼ਰ, ਮਿਲਾਵਾ ਹੋਏ ਮੇਲ ਹੋ ਜਾਂਦਾ ਹੈ। ਕਿਸ ਤਰ੍ਹਾਂ ਹੁੰਦਾ ਹੈ? ਨਾਨਕ ਗੁਰਮੁਖ ਨਾਮ ਧਿਆਈਏ, ਗੁਰੂ ਦੀ ਸ਼ਰਨ ਪੈ ਕੇ ਨਾਮ ਧਿਆਈਏ ਤੋਂ ਭਾਵ ਹੈ ਧਿਆਉਣਾ ਚਾਹੀਦਾ ਹੈ। ਜਦੋਂ ਦਲਾਵਾਂ ਦੇ ਨਾਲ ਸ਼ਬਦ ਆਵੇਗਾ ਉਦੋਂ ਹੁੰਦਾ ਹੈ ਚਾਹੀਦਾ ਹੈ, ਭਾਵ ਕਰਨਾ ਚਾਹੀਦਾ ਹੈ। ਐਸਾ ਅਰਥ ਜਿਹੜਾ ਹੋਵੇਗਾ ਕਿ ਹੇ ਨਾਨਕ ਗੁਰੂ ਦੀ ਸ਼ਰਨ ਪੈ ਕੇ ਮਾਲਕ ਦਾ ਨਾਮ ਧਿਆਉਣਾ ਚਾਹੀਦਾ ਹੈ, ਤਾਂ ਫਿਰ ਸੱਚ ਮਿਲਾਵਾ ਹੋਏ। ਇਹ ਸਿਮਰਨ ਭਾਵ ਕਿ ਫਿਰ ਮਾਲਕ ਦੇ ਨਾਮ ਦੇ, ਗੁਰੂ ਦੀ ਰਹਿਮਤ ਦੇ ਨਾਲ ਫਿਰ ਪ੍ਰਭੂ ਪਰਮੇਸ਼ਰ ਦੇ ਨਾਲ ਜਿਹੜਾ ਹੈ ਉਹ ਮੇਲ ਹੋ ਜਾਂਦਾ ਹੈ। ਸਤਿਗੁਰੂ ਜੀ ਰਹਿਮਤ ਕਰਨ। ਇੱਥੋਂ ਤੱਕ ਆਪਾਂ ਟੋਟਲ 46 ਸ਼ਬਦਾਂ ਦੀ ਜਿਹੜੀ ਵਿਚਾਰ ਸੰਪੂਰਨ ਕਰ ਲਈ ਹੈ। ਸੋ ਹੋਈਆਂ ਭੁੱਲਾਂ ਦੀ ਖਿਮਾ ਗੁਰੂ ਅਤੇ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ। ਸੋ ਹੁਣ ਅੱਜ